वाहिगुरू जी का खालसा वाहिगुरू जी की फतेह। वाहिगुरू जी की फतेह। बेनती है कि पिछले 4 ਲੈਕਚਰ ਵਿੱਚ ਹਉਮੈ ਦੇ ਸੰਕਲਪ ਬਾਰੇ ਮੈਂ ਆਪਣੇ ਵਿਊਜ਼ ਸੰਗਤਾਂ ਨਾਲ ਸਾਂਝੇ ਕੀਤੇ ਹਨ। ਮੈਂ ਇਹ ਦੱਸਿਆ ਕਿ ਹਉਮੈ ਹੰਕਾਰ ਨਹੀਂ, ਹਉਮੈ ਅਭਿਮਾਨ ਨਹੀਂ, ਹਉਮੈ ਬੜੀ ਲੰਬੀ ਔਰ ਡੂੰਘੀ ਬਿਮਾਰੀ ਹੈ। ਹਉਮੈ ਵਿੱਚ ਹੀ ਪਰਮੇਸ਼ਰ ਨੇ ਸਾਰੀ ਕ੍ਰੀਏਸ਼ਨ ਕੀਤੀ ਹੈ। ਹਉਮੈ ਵਿੱਚ ਹੀ ਅਸੀਂ ਰਹਿੰਦੇ ਹਾਂ, ਜੰਮਦੇ ਹਾਂ, ਹਉਮੈ ਵਿੱਚ ਹੀ ਅਸੀਂ ਮਰਦੇ ਹਾਂ। ਹਉਮੈ ਬੜੀ ਲੰਬੀ ਔਰ ਡੂੰਘੀ ਬਿਮਾਰੀ ਹੈ। ਜੇ ਬਿਮਾਰੀ ਤੋਂ ਮੁਕਤ ਨਹੀਂ ਹੋਵਾਂਗੇ, ਜਨਮ ਮਰਨ ਤੋਂ ਮੁਕਤ ਵੀ ਨਹੀਂ ਹੋ ਸਕਾਂਗੇ। ਜਿੰਨੀ ਮਰਜ਼ੀ ਅਸੀਂ ਭਗਤੀ ਕਰ ਲਈਏ, ਤਪੱਸਿਆ ਕਰ ਲਈਏ, ਜਨਮ ਮਰਨ ਤੋਂ ਮੁਕਤੀ ਤਦ ਹੀ ਪ੍ਰਾਪਤ ਹੋਣੀ ਹੈ ਅਗਰ ਅਸੀਂ ਹਉਮੈ ਤੋਂ ਮੁਕਤ ਹੋ ਜਾਵਾਂਗੇ। ਹਉਮੈ ਬਾਰੇ ਸਾਨੂੰ ਸਮਝ ਲੱਗੇਗੀ ਔਰ ਹਉਮੈ ਨੂੰ ਅਸੀਂ ਦੂਰ ਕਰਨ ਸਫਲ ਹੋਵਾਂਗੇ। ਹੁਣ ਅਸੀਂ ਹਉਮੈ ਨੂੰ ਦੂਰ ਕਿੱਦਾਂ ਕਰਨਾ ਹੈ, ਉਹਦੇ ਬਾਰੇ ਮੇਰੇ ਅਗਲੇ ਲੈਕਚਰ ਨੇ। ਪਹਿਲਾ ਫਰਮਾਨ ਹੈ, ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਸਤਿਗੁਰੂ ਜੀ ਫਰਮਾ ਰਹੇ ਨੇ ਕਿ ਗੁਰੂ ਜੀ ਦੀ ਸਿੱਖਿਆ ਨੂੰ ਮੰਨੋ, ਲਓ ਤੇ ਮੰਨੋ। ਵੀ ਸਾਰੇ ਇਆਣੇ ਹੋ। ਆਪਾਂ ਸਾਰੇ ਇਆਣੇ ਆ। ਕਿਉਂ ਇਆਣੇ ਆ? ਸਾਨੂੰ ਨਹੀਂ ਪਤਾ ਅਸੀਂ ਕਿੱਥੋਂ ਆਏ ਆ, ਕਿੱਥੇ ਅਸੀਂ ਜਾਣਾ ਹੈ, ਕਿੰਨੀ ਸਾਡੀ ਉਮਰ ਹੈ, ਜਿਸ ਵੇਲੇ ਡੈਥ ਹੋਣੀ ਹੈ ਸਾਡੇ ਨਾਲ ਕੀ ਹੋਣਾ ਹੈ, ਅਗਲਾ ਜਨਮ ਕਿੱਥੇ ਮਿਲਣਾ ਹੈ, ਇਹ ਕ੍ਰੀਏਸ਼ਨ ਕਿਹਨੇ ਕੀਤੀ ਆ, ਪਰਮੇਸ਼ਰ ਹੈ ਜਾਂ ਨਹੀਂ ਹੈ। ਇਸ ਵਾਸਤੇ ਅਸੀਂ ਸਾਰੇ ਇਆਣੇ ਆ। ਬੱਚਿਆਂ ਵਾਂਗੂ ਆਪਾਂ ਸਾਰੇ ਇਆਣੇ ਆ। ਸਤਿਗੁਰੂ ਜੀ ਫਰਮਾ ਰਹੇ ਨੇ ਕਿ ਗੁਰੂ ਜੀ ਦੀ ਸਿੱਖਿਆ ਨੂੰ ਲਓ, ਸਿੱਖਿਆ ਨੂੰ ਅਪਲਾਈ ਕਰੋ, ਸਿੱਖਿਆ ਨੂੰ ਮੰਨੋ। ਸਿੱਖਿਆ ਕੀ ਦੇ ਰਹੇ ਨੇ ਗੁਰੂ ਸਾਹਿਬ? ਸਤਿਗੁਰੂ ਜੀ ਫਰਮਾ ਰਹੇ ਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇੱਥੋਂ ਕੀ ਸਮਝਣਾ? ਅਸੀਂ ਸਿਆਣੇ ਤੋਂ ਕੀ ਸਮਝਣਾ? ਸਿਆਣੇ ਤੋਂ ਅਸੀਂ ਇਹ ਸਮਝਣਾ ਹੈ ਕਿ ਦੁਨਿਆਵੀ ਵਿੱਦਿਆ ਭਾਵੇਂ ਅਸੀਂ ਜਿੰਨੀ ਮਰਜ਼ੀ ਲੈ ਲਈਏ, ਜਿੰਨੇ ਵੱਡੇ ਮਰਜ਼ੀ ਸਾਇੰਟਿਸਟ ਬਣ ਜਾਈਏ, ਜਿੰਨੇ ਵੱਡੇ ਮਰਜ਼ੀ ਡਾਕਟਰ ਬਣ ਜਾਈਏ, ਜਿੰਨੇ ਵੱਡੇ ਮਰਜ਼ੀ ਅਸੀਂ ਇੰਜੀਨੀਅਰ ਬਣ ਜਾਈਏ, ਜਿੰਨੀਆਂ ਕਿਤਾਬਾਂ ਅਸੀਂ ਪੜ੍ਹ ਲਈਏ, ਰਿਲੀਜੀਅਸ ਬੁੱਕਸ ਵੀ ਪੜ੍ਹ ਲਈਏ, ਰਿਲੀਜੀਅਸ ਲਿਟਰੇਚਰ ਵੀ ਪੜ੍ਹ ਲਈਏ, ਅਸੀਂ ਡੁੱਬ ਜਾਵਾਂਗੇ ਅਗਰ ਅਸੀਂ ਹਉਮੈ ਨੂੰ ਨਾ ਮਾਰ ਸਕੇ। ਔਰ ਹਉਮੈ ਮਾਰੀ ਜਾਏਗੀ ਭਗਤੀ ਨਾਲ, ਸਿਆਣਪਾਂ ਨਾਲ ਨਹੀਂ ਮਾਰੀ ਜਾਂਦੀ। ਸਿਆਣਪਾਂ ਸਾਰੀਆਂ ਸਾਡੀਆਂ ਕੰਮ ਨਹੀਂ ਆਉਣਗੀਆਂ ਅਗਰ ਅਸੀਂ ਹਉਮੈ ਨੂੰ ਨਹੀਂ ਮਾਰ ਸਕਾਂਗੇ। ਔਰ ਹਉਮੈ ਨੇ ਮਰਨਾ ਹੈ ਕੇਵਲ ਭਗਤੀ ਨਾਲ, ਕੇਵਲ ਭਗਤੀ ਨਾਲ। ਭਗਤ ਬਿਨਾ ਬਹੁ ਡੂਬੇ ਸਿਆਣੇ। ਜਿਹੜੇ ਪੰਡਤ ਜਿਨ੍ਹਾਂ ਸਾਰੇ ਚਾਰੇ ਵੇਦ ਵੀ ਯਾਦ ਕਰ ਲੈ, ਪੁਰਾਣ ਔਰ ਸ਼ਾਸਤਰ ਸਾਰੇ ਜਿਹਨਾਂ ਨੂੰ ਆਉਂਦੇ ਆ, ਜਾਂ ਬਾਕੀ ਸਾਡੇ ਰਿਲੀਜੀਅਸ ਸਟੱਡੀਜ਼ ਜਿਹੜੇ ਕਰਦੇ ਨੇ, ਕੰਪੈਰੇਟਿਵ ਰਿਲੀਜੀਅਸ ਸਟੱਡੀਜ਼, ਸਿੱਖਿਜ਼ਮ ਪੜ੍ਹ ਲਿਆ, ਬੌਧਿਜ਼ਮ ਪੜ੍ਹ ਲਿਆ, ਕ੍ਰਿਸਚੀਅਨਿਟੀ ਪੜ੍ਹ ਲਈ, ਇਸਲਾਮ ਪੜ੍ਹ ਲਿਆ, ਬੜਾ ਕੁਝ ਯਾਦ ਕਰ ਲਿਆ, ਲੇਕਿਨ ਉਹ ਡੁੱਬ ਜਾਣਗੇ ਅਗਰ ਉਹਨਾਂ ਨੇ ਭਗਤੀ ਨਾ ਕੀਤੀ ਔਰ ਭਗਤੀ ਕਰਕੇ ਹਉਮੈ ਤੇ ਫਤਿਹ ਨਾ ਪ੍ਰਾਪਤ ਕੀਤੀ। ਸੋ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਸਾਡੇ ਕੋਲ ਟਾਈਮ ਲਿਮਿਟਡ ਹੈ। ਮੌਤ ਨੇ ਪਤਾ ਨਹੀਂ ਕਦੋਂ ਆ ਜਾਣਾ। ਇਸ ਵਾਸਤੇ ਆਪਣੇ ਟਾਈਮ ਮੈਨੇਜਮੈਂਟ ਦੀ ਲੋੜ ਹੈ। ਸਾਨੂੰ ਅਸੀਂ ਕੀ ਸਟੱਡੀ ਕਰਨਾ ਹੈ? ਮੈਂ ਪਰਸਨਲੀ ਇਹ ਸਮਝਦਾ ਕਿ ਸਾਡੀ ਸਟੱਡੀ ਜਿਹੜੀ ਸੀਮਤ ਹੋਣੀ ਚਾਹੀਦੀ ਹੈ ਸਾਡੇ ਕੰਮ ਕਾਜ ਨਾਲ। ਜੇ ਅਸੀਂ ਡਾਕਟਰ ਹਾਂ ਤੇ ਮੈਡੀਕਲ ਬੁੱਕ ਸਾਨੂੰ ਪੜ੍ਹਨੀਆਂ ਚਾਹੀਦੀਆਂ, ਲੇਟੈਸਟ ਨੌਲੇਜ ਨਾਲ ਆਪਣੇ ਆਪ ਨੂੰ ਅਪਡੇਟ ਕਰਨਾ ਚਾਹੀਦਾ ਹੈ। ਅਸੀਂ ਸਾਇੰਟਿਸਟ ਹਾਂ ਤੇ ਸਾਇੰਸ ਦੀਆਂ ਸਟੱਡੀ ਸਾਨੂੰ ਕਰਨੀ ਚਾਹੀਦੀਆਂ, ਰਿਸਰਚ ਵੀ ਕਰਨੀ ਚਾਹੀਦੀ ਹੈ। ਪਰ ਵਾਧੂ ਜਿਹੜੀਆਂ ਬੁੱਕਸ ਹੈਗੀਆਂ, ਹੋਰ ਨਾਵਲਸ ਹੋਏ, ਸਟੋਰੀਜ਼ ਹੋਈਆਂ, ਕਹਾਣੀਆਂ ਹੋਈਆਂ, ਉਹਨੂੰ ਪੜ੍ਹਨ ਦਾ ਲਾਭ ਨਹੀਂ ਹੋਏਗਾ।
ਜਾਂ ਕੰਪੈਰੇਟਿਵ ਸਟੱਡੀ ਆਫ ਰਿਲੀਜਨਸ ਕੋਈ ਫਾਇਦਾ ਨਹੀਂ ਹੋਣਾ। ਫਾਇਦਾ ਕੇਵਲ ਇਸ ਦਾ ਹੋਣਾ ਜਿਹੜਾ ਅਸੀਂ ਗੁਰਬਾਣੀ ਦੇ ਮੁਤਾਬਕ ਭਗਤੀ ਕਰਾਂਗੇ ਔਰ ਹਉਮੈ ਨੂੰ ਮਾਰ ਮੁਕਾਵਾਂਗੇ। ਸੋ ਭਗਤ ਬਿਨਾ ਬਹੁ ਡੂਬੇ ਸਿਆਣੇ। तो मुड़ के फिर मैं रिपीट कर रहा कि मौत का पता नहीं कदों आ जानी है। टाइम अपने को लिमिटेड है। लिमिटेड टाइम में असी व्हाट्सएप से ज़ाया करना या फेसबुक से ज़ाया करना या ये जिहड़े सोशल मीडिया ये साडा बहुत सारा टाइम लै लैंदा। जां असी नॉवल्स पढ़ने हैं, स्टोरीज पढ़नी है, तो ये सारा असी देखना भी किहड़ा फायदा असी लैना है अपनी इस उम्र च, किहदा फायदा सानू ज़्यादा मिलता है और किहड़ा साडा निशाना है जिहदी पूर्ति वास्ते असी की करना। तो पहले मैं बेनती की थी कि सारे निशाना बनाना चाहिए कि असी अपने जीवन को सफल करना है। सफलता मिलेगी अगर असी हौमे नूं कंकर कर लवांगे। तो भगत बिना बहु डूबे सियाणे। असी पहुँचना कित्थे है? अगला फरमान हैगा जिसलिए पहुँचांगे साडी की अवस्था होएगी। जैसे जल में कमल निरालम मुरगाई न साणे। जैसे जल में कमल निरालम मुरगाई न साणे। जल विच कमल का फुल हुंदा है, जल विच हुंदा लेकिन जल तो निर्लेप हुंदा है। मुरगाबी भी पानी भिलदी नहीं अंदरों थल्लों। इस तरह असी रहना संसार विच। संसार च रहिंदे सारे काम काज करने हैं पर अपने आप नूं अभाव रखना है। असी संसार दे कामां च अपने मन काम तो करने असी संसार दे सारे, लेकिन बहुत अटैचमेंट नहीं किसी नाल बनाउणी अपनी। जिद्दां जल विच कमल हुंदा है इदां रहण दी यतन करना है। ते असी कोशिश करनी है कि अपने मन नूं परमेश्वर नाल जोड़ी रखिए। अगली लाइन है सुरत शब्द भव सागर तरिए नानक नाम वखाणे। असी तरना किद्दां अगर सुरत विच शब्द का वासा हो जाएगा, सुरत और शब्द का मेल हो जाएगा पक्के तौर पर, और मेल कदे भी टुटेगा नहीं। ये अवस्था होएगी फिर आपां संसार समुद्र तो तरना है। ये अवस्था असी किद्दां पाउणी है? नानक नाम वखाणे। जिहड़ा नाम नूं जपेगा, नाम नूं जप जप के नाम नूं अपनी सुरत विच वसा लेगा, उन्हें तरना है, उन्हें भव सागर तो तरना है। दूसरे नहीं तर सकते। सुरत शब्द भव सागर करिए नानक नाम वखाणे। सुरत शब्द तो मुराद की है? सारे वीरां भैणां ने समझ लेना। इसदा मन यह हैगा कि सुरत विच शब्द नूं वसा लेना है और कदे भी शब्द सुर तो वखरा ना होए। ये अवस्था अगर मिल जाए असी कमल वांगू, कमल जिहड़ा जल च हुंदा होया भी निर्लेप हुंदा, असी संसार च रहिंदे होए भी निर्लेप हो जाओ। तो सुरत शब्द भव सागर तरिए नानक नाम वखाणे। नाम जप जप के असी नाम नूं सुरत विच वसाउणा है, ये काम करना असी। अगली लाइन है रह एकांत एको मन वसिया आसा माए निरासो। ये तो ये सतगुरु जी समझा रहे हैं सानू, अगर थोड़े सुरत विच शब्द वस जाता है फिर दुनिया तो तुसीं निर्लेप हो जाते हो, फिर डिज़ायर थोड़ियां खत्म हो जांदियां। तो डिज़ायर का मसला आप सारे ही जानते हैं, बहुत बड़ा मसला। डिज़ायर कदे जांदियां ही नहीं। एक डिज़ायर पूर्ति, एक डिज़ायर की पूर्ति हो जाती, 10 होर खड़ियां हो जांदियां। उन्हां दी पूर्ति कुछ दी हुंदी, कुछ दी नहीं हुंदी। जे नहीं हुंदी तो असीं बड़े डिससैटिस्फाइड हो जाते हैं, चिंता च रहिंदे हैं। तो डिज़ायर्स कदे खत्म नहीं होंदियां। तो डिज़ायर कदों खत्म होनी है? जदों सुरत विच शब्द का वासा हो जाएगा। ये सतगुरु जी सानूं समझा रहे हैं
ਫਿਰ ਤੁਸੀਂ ਨਿਰਲੇਪ ਹੋ ਜਾਓਗੇ। ਸੰਸਾਰ 'ਚ ਰਹਿੰਦਿਆਂ ਹੋਇਆਂ, ਪਰਿਵਾਰ 'ਚ ਰਹਿੰਦਿਆਂ ਹੋਏ ਤੁਸੀਂ ਨਿਰਲੇਪ ਰਹੋਗੇ। ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਹਿ ਨਿਰਾਸੋ। ਸੋ ਸਾਰੀ ਇੱਛਾਵਾਂ ਮੁੱਕ ਜਾਣਗੀਆਂ ਜੇ ਨਾਮ ਤੁਹਾਡੇ ਮਨ 'ਚ ਵਸ ਜਾਏਗਾ। ਕੋਈ ਚਿੰਤਾ ਡਰ ਤੁਹਾਡੇ ਨੇੜੇ ਨਹੀਂ ਆਏਗੀ। ਅਗਲਾ ਫਰਮਾਨ ਹੈ, ਖੰਨਿਓ ਤਿੱਖੀ ਵਾਰੋਂ ਨਿੱਕੀ ਏਤ ਮਾਰਗ ਜਾਣਾ। ਨੂੰ ਇਹਦੇ ਇਸ ਲਾਈਨ ਮੈਂ ਚੁਣੀ ਕਿਉਂ ਇਸ ਵਾਸਤੇ ਤਾਂ ਕਿ ਜੋ ਮੈਂ ਇਸ ਲਾਈਨ ਤੋਂ ਸਮਝਦਾ ਹੈ, ਇਸ ਫਰਮਾਨ ਤੋਂ ਜੋ ਮੈਂ ਸਮਝੀ ਗੱਲ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਮੈਂ ਇਹ ਨਹੀਂ ਸਮਝਦਾ ਕਿ ਸਾਡਾ ਕੰਡਕਟ ਬਹੁਤ ਔਖਾ ਹੋਏਗਾ, ਵਾਲੋਂ ਨਿੱਕਾ ਹੋਏਗਾ, ਖੰਨਿਓ ਤਿੱਖਾ ਹੋਏਗਾ। ਇਸ ਤੁਕ ਦਾ ਸਾਡੇ ਕੰਡਕਟ ਨਾਲ ਸੰਬੰਧ ਹੈ। ਇਸ ਤੁਕ ਦਾ ਸਾਡੇ ਕੰਡਕਟ ਨਾਲ ਸੰਬੰਧ ਨਹੀਂ। ਇਸ ਤੁਕ ਦਾ ਸੰਬੰਧ ਹੈ ਸੁਰਤ ਨਾਲ। ਸੁਰਤ ਜਿਹੜੀ ਹੈਗੀ ਆ, ਇਹ ਤਾਂ ਕਿੱਥੇ ਵਾਸਾ ਹੈ? ਇਹਦਾ ਸੁਰ ਦਾ ਵਾਸਾ ਸਾਡੇ ਚਿੱਤ ਤੋਂ ਲਾ ਕੇ ਥੱਲੇ ਮੇਲ ਔਰਗਨ ਜਾਂ ਫੀਮੇਲ ਔਰਗਨ ਦੇ ਦਰਮਿਆਨ ਜਗ੍ਹਾ ਜਿੱਥੇ ਕੁੰਡਲਨੀ ਮੂਧੀ ਹੋ ਕੇ ਪਈ ਹੈ, ਥਰੂ ਆਊਟ ਰਨ ਕਰਦੀ ਸਾਡੀ ਸੁਰਤ। ਸਾਡੇ ਵਾਸਤੇ ਸੁਰਤ ਦੇ ਦੋ ਪੁਆਇੰਟਸ ਜਿਹੜੇ ਇੰਪੋਰਟੈਂਟ ਨੇ, ਇੱਕ ਸਿਰ ਵਾਲਾ, ਮਨ ਵਾਲਾ, ਅਸੀਂ ਚਿੱਤ ਵਿੱਚ ਪਹੁੰਚਣਾ ਹੈ। ਦੂਸਰਾ ਜਿਹੜਾ ਪੁਆਇੰਟ ਸਾਡੇ ਵਾਸਤੇ ਇੰਪੋਰਟੈਂਟ ਹੈਗਾ ਉਹ ਹੈ ਹਿਰਦਾ। ਬਹੁਤ ਸਾਰੀਆਂ ਕਿਤਾਬਾਂ 'ਚ ਹਿਰਦੇ ਤੋਂ ਸਮਝਿਆ ਜਾਂਦਾ ਹਾਰਟ, ਦਿਲ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ ਕਿ ਹਿਰਦੇ ਤੋਂ ਮੁਰਾਦ ਹਾਰਟ ਬਿਲਕੁਲ ਨਹੀਂ ਹੈ, ਬਿਲਕੁਲ ਨਹੀਂ ਹੈ। ਸ਼ਬਦ ਦਾ ਵਾਸਾ ਹਾਰਟ ਵਿੱਚ ਨਹੀਂ ਹੋਣਾ, ਸ਼ਬਦ ਦਾ ਵਾਸਾ ਹਿਰਦੇ ਵਿੱਚ ਹੋਣਾ। ਹਿਰਦਾ ਕਿੱਥੇ ਹੈ? ਹਿਰਦਾ ਸਾਡਾ ਨਾਭੀ ਵਿੱਚ ਹੈ। ਨਾਭੀ ਵਿੱਚ ਹੀ ਕਮਲ ਮੂਧਾ ਪਿਆ। ਪਰਮੇਸ਼ਰ ਦਾ ਵਾਸਾ ਕਿੱਥੇ ਹੈ? ਕਮਲ ਦੇ ਵਿੱਚ ਹੈ, ਜਿਹੜਾ ਮੂਧਾ ਪਿਆ। ਕਮਲ ਕਿੱਥੇ ਹੈ? ਉਹ ਹਿਰਦੇ ਵਿੱਚ ਹੈ। ਹਿਰਦਾ ਕਿੱਥੇ ਹੈ? ਉਹ ਨਾਭੀ ਵਿੱਚ ਹੈ। ਸੋ ਸਾਰਾ ਮੈਂ ਸਮਝਾ ਰਿਹਾ ਤੁਹਾਨੂੰ ਇਸ ਗੱਲ ਨੂੰ ਕਿ ਹਿਰਦੇ ਤੋਂ ਮੁਰਾਦ ਸਾਡਾ ਦਿਲ ਨਹੀਂ, ਬਿਲਕੁਲ ਨਹੀਂ। ਦਿਲ ਵਿੱਚ ਵਾਸਾ ਨਹੀਂ ਹੋਣਾ, ਇਹ ਹਿਰਦੇ ਵਿੱਚ ਵਾਸਾ ਹੋਣਾ। ਨਾਮ ਦਾ, ਸ਼ਬਦ ਦਾ ਵਾਸਾ ਹਿਰਦੇ ਵਿੱਚ ਹੋਣਾ। ਉਹ ਹਿਰਦਾ ਕਿੱਥੇ ਆ? ਹਿਰਦਾ ਨਾਭੀ ਵਿੱਚ ਹੈ। ਨਾਭੀ ਵਿੱਚ ਹੀ ਸਾਡੀ ਹਉਮੈ ਦਾ ਵਾਸਾ ਹੈ। ਨਾਭੀ ਵਿੱਚ ਹੀ ਸਾਡੇ ਪਰਮੇਸ਼ਰ ਦਾ ਵਾਸਾ ਹੈ। ਨਾਭੀ ਵਿੱਚ ਹੀ ਸਾਡੇ ਜੋ ਕਰਮ ਕੀਤੇ ਆ, ਜੋ ਕਰਨੇ ਆ, ਉਹ ਸਭ ਦਾ ਵਾਸਾ ਨਾਭੀ ਵਿੱਚ ਹੀ ਆ। ਇਹ ਸਮਝੋ ਸੌਫਟਵੇਅਰ ਉੱਥੇ ਪਿਆ, ਉਹਦੇ ਮੁਤਾਬਕ ਅਸੀਂ, ਸਾਡਾ ਸਰੀਰ ਚੱਲ ਰਿਹਾ ਔਰ ਚੱਲੇਗਾ। ਉਹੀ ਡੀਟੇਲਸ ਅਸੀਂ ਕਰਨੇ ਆ ਜਿਹੜੇ ਸਾਡੇ ਲਿਖੇ ਹੋਏ ਨੇ। ਇਹ ਸੁਰਤ ਜਿਹੜੀ, ਸੁਰਤ ਵਿੱਚ ਸ਼ਬਦ ਨੂੰ ਵਸਾਉਣਾ ਹੈ। ਇਹ ਸੁਰਤ ਜਿਹੜੀ ਹੈਗੀ ਆ, ਇਹ ਇੰਨੀ ਤਿੱਖੀ ਆ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਸੋ ਕੀ ਸੁਰਤ ਨੂੰ ਤੁਸੀਂ ਪਛਾਣ ਲਿਆ? ਜੋ ਮੈਂ ਆਪਣੇ ਵੀਰਾਂ ਭੈਣਾਂ ਨਾਲ ਮੇਰਾ ਇੰਟਰੈਕਸ਼ਨ ਹੁੰਦਾ ਹੈ, ਉੱਥੋਂ ਮੈਨੂੰ ਇਹ ਪਤਾ ਲੱਗਦਾ ਹੈ ਕਿ ਹਾਲੇ ਸੁਰਤ ਨੂੰ ਪਛਾਣਿਆ ਨਹੀਂ। ਸੋ ਸੁਰਤ ਜਿਹੜੀ ਹੈਗੀ ਆ, ਪਹਿਲਾਂ ਤੁਹਾਨੂੰ ਸਿਰ ਵਿੱਚ ਚੌੜੀ ਮਹਿਸੂਸ ਹੋਏਗੀ। ਜਿਵੇਂ ਜਿਵੇਂ ਤੁਸੀਂ ਭਗਤੀ ਕਰੋਗੇ ਉਹ ਨਹਿਰੋ ਹੁੰਦੀ ਜਾਏਗੀ, ਔਰ ਇੰਨੀ ਨਹਿਰੋ ਹੋਏਗੀ ਅਖੀਰ ਤੇ ਕਿ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਸੇ ਵਾਸਤੇ ਭਗਤੀ ਅਸੀਂ ਕਰਨੀ ਆ। ਭਗਤੀ ਰਾਤ ਦਿਨੇ ਕਰਨੀ ਹੈ, ਕਿਉਂਕਿ ਕੰਮ ਹੀ ਔਖਾ ਹੈ। ਪਹਿਲਾਂ ਸੁਰਤ ਕਿੱਥੇ ਆ? ਸੁਰਤ ਨੂੰ ਲੱਭਣਾ। ਸੁਰਤ ਸਾਡੇ ਸਿਰ ਵਿੱਚ ਹੈਗੀ, ਲੱਭਣੀ। ਸੁਰਤ ਸਾਡੇ ਹਿਰਦੇ ਵਿੱਚ ਹੈ, ਉੱਥੇ ਅਸੀਂ ਦੇਖਣੀ, ਮਹਿਸੂਸ ਕਰਨੀ। ਤੇ ਸੁਰਤ ਨੇ ਜਦੋਂ ਸਾਡੀ ਪ੍ਰਾਪਤੀ ਹੋਣੀ ਆ, ਉਦੋਂ ਹੀ ਹੋਣੀ ਜਦੋਂ ਖੰਨਿਓ ਤਿੱਖੀ ਵਾਲੋਂ ਨਿੱਕੀ ਦੇ ਵਿੱਚ ਸ਼ਬਦ ਦਾ ਵਾਸਾ ਸੁਰਤ ਰਾਹੀਂ ਨਜ਼ਰ ਆਏਗਾ। ਅਸੀਂ ਇੱਕ ਤਾਂ ਅੱਖਾਂ ਰਾਹੀਂ ਵੇਖਦੇ ਹਾਂ। ਸਾਡੀ ਸੁਰਤ ਵਿੱਚ ਸ਼ਕਤੀ ਹੈ ਬਿਨਾਂ ਅੱਖਾਂ ਤੋਂ ਵੇਖਣ ਦੀ, ਬਿਨਾਂ ਕੰਨਾਂ ਤੋਂ ਸੁਣਨ ਦੀ ਸੁਰਤ ਵਿੱਚ ਸ਼ਕਤੀ ਹੈ।
तो बिना ਅੱਖਾਂ ਤੋਂ ਸੁਰਤ ਰਾਹੀਂ ਸ਼ਬਦ ਨੂੰ ਖੰਨਿਓ ਤਿੱਖੀ ਸੁਰਤ ਵਿੱਚ ਵੇਖ ਲੈਣਾ, ਇਹ ਸ਼ਬਦ ਸੁਰ ਦਾ ਮੇਲ ਹੈ। ਹੁਣ ਇਹੋ ਜਿਹਾ ਮੇਲ ਕਰਨ ਵਾਸਤੇ ਤੁਸੀਂ ਆਪ ਹੀ ਜਾਂਦੇ, ਪਹਿਲਾਂ ਸੁਰਤ ਹੈ ਕਿੱਥੇ ਹੈ, ਸੁਰਤ ਹੈ ਕਿੱਡੀ ਵੱਡੀ ਹੈ, ਕੀ ਸੁਰਤ ਥ੍ਰੈਡ ਟਾਈਪ ਹੈ, ਪਹਿਲਾਂ ਥ੍ਰੈਡ ਟਾਈਪ ਤੇ ਪਹੁੰਚੋਗੇ। ਹੌਲੀ ਹੌਲੀ ਤੁਸੀਂ ਦੇਖੋਗੇ ਹੋਰ ਭਗਤੀ ਕਰਦੇ ਕਰਦੇ ਕਿ ਵੀ ਥ੍ਰੈਡ ਤੋਂ ਹੀ ਪਤਲੀ ਹੈ, ਇਹ ਤਾਂ ਹੋਰ ਪਤਲੀ ਹੋਈ ਜਾਂਦੀ ਹੈ। ਇਹ ਲੱਗੇਗਾ ਵੀ ਖੰਨੀ ਨੂੰ ਦਿਖੀ ਵਾਲੋਂ ਨੇਕੀ ਏਤ ਮਾਰਗ ਜਾਣਾ। ਇੱਥੇ ਹੀ ਜਿਹੜਾ ਸਾਡਾ ਜਿਹੜੇ ਸਾਡੇ ਅੰਦਰ ਦਰਵਾਜ਼ੇ ਆ ਉਹ ਖੁੱਲ੍ਹੇ ਆ, ਉਹ ਖੁੱਲਣਗੇ ਤਦ ਇਹ ਸੁਰਤ ਸ਼ਬਦ ਦਾ ਮੇਲ ਹੋ ਜਾਏਗਾ, ਸੁਰਤ ਵਿੱਚ ਸ਼ਬਦ ਦਾ ਵਾਸਾ ਹੋ ਜਾਏਗਾ। ਉਹ ਸੁਰਤ ਕਿੰਨੀ ਬਰੀਕ ਹੈ, ਸੁਰਤ ਖੰਨਿਓ ਤਿੱਖੀ ਵਾਲੋਂ ਨੇਕੀ ਏਤ ਮਾਰਗ ਜਾਣਾ। ਇਸ ਵਾਸਤੇ ਬਹੁਤ ਤਪੱਸਿਆ ਜਾਂ ਭਗਤੀ ਦੀ ਲੋੜ ਹੈ। ਅਗਰ ਅਸੀਂ ਗੁਰਬਾਣੀ ਨੂੰ ਫਾਲੋ ਕਰਾਂਗੇ, ਇਹ ਕੰਮ ਔਖਾ ਤਾਂ ਹੈਗਾ, ਪਰ ਇੰਨਾ ਔਖਾ ਵੀ ਨਹੀਂ ਕਿ ਨਹੀਂ ਹੋ ਸਕਦਾ। ਤੁਸੀਂ ਸਾਰੇ ਹੀ ਕਰ ਸਕਦੇ ਹੋ। ਹੌਲੀ ਹੌਲੀ ਤਰੱਕੀ ਹੋ ਜਾਏਗੀ, ਕਰੀ ਜਾਓਗੇ ਕਰੀ ਜਾਓਗੇ ਕਰੀ ਜਾਓਗੇ, ਵੱਧਦੇ ਜਾਓਗੇ ਵੱਧਦੇ ਜਾਓਗੇ। ਸੋ ਖੰਨਿਓ ਤਿੱਖੀ ਵਾਲੋਂ ਨੇਕੀ ਏਤ ਮਾਰਗ ਜਾਣਾ। ਮੁੜ ਕੇ ਫਿਰ ਮੈਂ ਰਿਪੀਟ ਕਰ ਰਿਹਾ, ਇਸ ਪ੍ਰਮਾਣ ਦਾ ਸੰਬੰਧ ਸਾਡੇ ਕੌਂਡਕਟ ਨਾਲ ਨਹੀਂ, ਇਸ ਪ੍ਰਮਾਣ ਦਾ ਸੰਬੰਧ ਸਾਡੀ ਸੁਰਤ ਨਾਲ ਹੈ, ਸਾਡੇ ਜੋ ਜਰਨੀ ਅੰਦਰ ਦਾ ਉਹਦੇ ਨਾਲ ਹੈ। ਤੇ ਉਸ ਜਰਨੀ ਜਿਹੜੀ ਤੈਅ ਕਰਨੀ ਹੈ, ਉਹ ਜਰਨੀ ਇੰਨੀ ਬਰੀਕ ਹੈ, ਇਹ ਅਸੀਂ ਸਮਝਣਾ। ਅਗਲਾ ਫਰਮਾਨ ਹੈ, ਅੰਗਨ ਭਗਤ ਕਰੇ ਦਿਨ ਰਾਤੀ ਹਉਮੈ ਮੋਹ ਚੁਕਾਇਆ। ਜਿਹੜਾ ਅੰਗਨ ਰਾਤ ਦਿਨੇ ਭਗਤੀ ਕਰੇਗਾ ਉਹਦੀ ਹਉਮੈ ਮਿਟ ਜਾਏਗੀ। ਮੋਹ ਤੋਂ ਮੁਰਾਦ ਅਟੈਚਮੈਂਟਸ ਖਤਮ ਹੋ ਜਾਣਗੀਆਂ, ਡਿਜ਼ਾਇਰ ਖਤਮ ਹੋ ਜਾਣਗੀਆਂ, ਉਹ ਪਹੁੰਚ ਜਾਏਗਾ। ਉਹਦੀ ਅਵਸਥਾ ਹੋਏਗੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾ। ਨਾਨਕ ਨਾਮ ਲਗੇ ਸੇ ਉਪਰੇ ਹਉਮੈ ਸ਼ਬਦ ਗਵਾਏ। ਹੁਣ ਇੱਥੇ ਅਸੀਂ ਇਹ ਵੀ ਸਮਝਣਾ ਹੈ ਕਿ ਭਗਤੀ ਦੇ ਕਈ ਮੈਥਡਸ ਨੇ, 9 ਪ੍ਰਕਾਰ ਦੀ ਭਗਤੀ ਗਿਣੀ ਜਾਂਦੀ ਸ਼ਾਸਤਰਾਂ ਦੇ ਮੁਤਾਬਕ। ਹੁਣ ਕਿਹੜਾ ਪ੍ਰਿੰਸੀਪਲ ਮੈਥਡ ਹੈ? ਪ੍ਰਿੰਸੀਪਲ ਮੈਥਡ ਹੈਗਾ ਨਾਮ, ਪਰਮੇਸ਼ਰ ਦਾ ਨਾਮ। ਗੁਰਮੰਤਰ ਇੱਕ ਸ਼ਬਦ ਹੈ। ਹੁਣ ਜੇ ਇੰਨੀ ਸੁਰਤ ਬਰੀਕ ਹੈ, ਉਹਦੇ ਵਿੱਚ ਇੱਕ ਸ਼ਬਦ ਤਾਂ ਵਸ ਜਾਊਗਾ ਤੇ ਬਹੁਤੇ ਸ਼ਬਦ ਨਹੀਂ ਵਸ ਸਕਦੇ। ਇੱਥੋਂ ਸਮਝ ਲੈਣਾ ਚਾਹੀਦਾ, ਗੁਰਮੰਤਰ ਦੇ ਜਾਪ ਤੋਂ ਬਿਨਾਂ ਇਹ ਜਰਨੀ ਤੈਅ ਬਿਲਕੁਲ ਨਹੀਂ ਹੋ ਸਕਦਾ। ਨਾਮ ਤੋਂ ਬਿਨਾਂ ਕੋਈ ਬਚ ਨਹੀਂ ਸਕਦਾ, ਨਾਮ ਤੋਂ ਬਿਨਾਂ ਹਉਮੈ ਨੂੰ ਕੰਕਰ ਨਹੀਂ ਕੀਤਾ ਜਾ ਸਕਦਾ। ਇਹ ਸਾਰੇ ਵੀਰ ਭੈਣ ਸਮਝ ਲੈਣ। ਕਈ ਵੀਰ ਭੈਣ ਸਮਝਦੇ ਨੇ ਕਿ ਗੁਰਬਾਣੀ ਦਾ ਪਾਠ ਕਰਦੇ ਆ, ਨਾਮ ਦੀ ਕੋਈ ਲੋੜ ਨਹੀਂ, ਸਹਿਜ ਪਾਠ ਕਰਦੇ ਆ, ਗੁਰਬਾਣੀ ਦਾ ਰੋਜ਼ ਉਹ ਜ਼ਰੂਰੀ ਪਾਠ ਕਰਨਾ ਜ਼ਰੂਰੀ ਹੈ। ਸਹਿਜ ਪਾਠ ਦਾ ਵੀ ਬਹੁਤ ਲਾਭ ਹੈ, ਨਿਤਨੇਮ ਕਰਨਾ ਚਾਹੀਦਾ ਡੇਲੀ, ਲੇਕਿਨ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਏਗਾ। ਨਾਮ ਨੇ ਹੀ ਸਾਡੀ ਸੋਚ ਵਿੱਚ ਵਸਣਾ। ਇੱਕੋ ਵਰਡ ਜਿਹੜਾ ਵਸ ਸਕਦਾ, ਬਹੁਤੇ ਸੋਚ ਵਿੱਚ ਸ਼ਬਦ ਵਸ ਨਹੀਂ ਸਕਦੇ। ਉਹ ਸੁਰਤ ਇੰਨੀ ਬਰੀਕ ਹੈ, ਇਹਦੇ 'ਚ ਇੱਕ ਸ਼ਬਦ ਵੀ ਵਸ ਹੈ ਤੇ ਬਹੁਤ ਵੱਡੀ ਗੱਲ ਹੈ, ਸਾਡਾ ਯਾਤਰਾ ਜਿਹੜੀ ਸਫਲ ਹੋ ਜਾਏਗੀ। ਤੇ ਇਸ ਵਾਸਤੇ ਨਾਮ ਜਿਹੜਾ ਪ੍ਰਿੰਸੀਪਲ ਮੈਥਡ ਹੈ ਭਗਤੀ ਦਾ, ਨਾਮ ਤੋਂ ਬਿਨਾਂ ਕੋਈ ਬਚ ਨਹੀਂ ਸਕਦਾ। ਇਹ ਸਿੱਖਿਆ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਹੈ ਔਰ ਇਸ ਸਿੱਖਿਆ ਨੂੰ ਅਸੀਂ ਫਾਲੋ ਕਰਨਾ। ਨਾਨਕ ਦੇ ਉਭਰੇ ਹਉਮੈ ਸ਼ਬਦ ਗਵਾਏ। ਸੋ ਲੱਖਾਂ ਜੀਬਾਂ ਰਾਹੀਂ ਅਸੀਂ, ਕਰੋੜਾਂ ਜੀਬਾਂ ਰਾਹੀਂ ਨਾਮ ਨੂੰ ਬੋਲਣਾ, ਨਾਮ ਨੂੰ ਅਸੀਂ ਸੁਣਨਾ ਕਿੱਦਾਂ, ਬੋਲਣਾ ਕਿੱਦਾਂ, ਇਹ ਅਗਲੇ ਲੈਕਚਰ 'ਚ ਮੈਂ ਕੋਸ਼ਿਸ਼ ਕਰਾਂਗਾ ਆਪਣਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰਨ ਦਾ, ਕਿਉਂਕਿ ਬਹੁਤ ਇਹ ਤਜਰਬਾ ਬਹੁਤ ਇੰਪੋਰਟੈਂਟ ਹੈ ਕਿ ਬੋਲਣਾ ਕਿੱਦਾਂ ਅਸੀਂ, ਸੁਣਨਾ ਕਿੱਦਾਂ ਅਸੀਂ, ਧਿਆਨ ਕਿੱਥੇ ਰੱਖਣਾ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਆਪਣੇ ਲੈਕਚਰ ਵਿੱਚ ਆਪਣੇ ਤਜਰਬੇ ਦੇ ਮੁਤਾਬਕ ਤੁਹਾਡੇ ਨਾਲ ਸਾਂਝੀਆਂ ਕਰਾਂ। ਹੁਣ ਇੱਥੇ ਮੋਟੀ ਗੱਲ ਇੰਨੀ ਜ਼ਰੂਰ ਸਾਰਿਆਂ ਨੇ ਪੱਲੇ ਬੰਨ੍ਹ ਲੈਣੀ ਕਿ ਨਾਮ ਤੋਂ ਬਿਨਾਂ ਕੋਈ ਕਰ ਨਹੀਂ ਸਕਦਾ।
नाम तो बिना साडा कोई होर चारा है ही नहीं। नानक नाम लगे से उभरे हौमे शब्द गवाए। अगला प्रमाण है, हर का नाम मन वसै हौमे क्रोध निवार। जे नाम मन च वस जाएगा, क्रोध भी नहीं साडा खत्म हो जाएगा। काम क्रोध लोभ मोह हंकार पंजे ही नस जाणगे, पंजां ते असीं फतेह पा लवांगे। नाम निदान हर मन वसै हौमे दुख सब जाए। इत्थे फरमान च दस रहे ने कि हौमे भी चल जाएगी और सारे दुख भी नष्ट हो जाएंगे अगर नाम साडे मन विच वस जाएगा। अगला फरमान है, बिन शब्दे भरम न चूकई न विचों हौमे जाए। नो भरम की है? भरम हौमे है। रियलिटी ये है कि परमेश्वर तो बिना होर कुछ है ही नहीं। जो भी नजर आउंदा सब ही परमेश्वर है। जो भी नजर आउंदा, नजर नहीं भी आउंदा वो भी परमेश्वर है। तो सब कुछ ही परमेश्वर है। ਅਸੀਂ ਸਾਨੂੰ ਵੱਖੋ ਵੱਖਰੀਆਂ ਚੀਜ਼ਾਂ ਨਜ਼ਰ ਆਉਂਦੀਆਂ, ਇਹ ਜਿਹੜਾ ਵੱਖੋ ਵੱਖਰੀਆਂ ਚੀਜ਼ਾਂ ਨਜ਼ਰ ਆਉਣਾ ਹੈ ਸਾਡਾ ਭਰਮ ਹੈ। ਇਹ ਰਿਐਲਿਟੀ ਨਹੀਂ, ਇਹ ਧੋਖਾ ਹੈ। ਧੋਖਾ ਕਿਹਨੇ ਪਾਇਆ? ਪਰਮੇਸ਼ਰ ਨੇ ਪਾਇਆ। ਹੁਣ ਉਹ ਧੋਖੇ ਨੂੰ ਦੂਰ ਕਰਨਾ, ਅਸੀਂ ਰਿਐਲਿਟੀ ਨੂੰ ਸਮਝਣਾ ਹੈ। ਰਿਐਲਿਟੀ ਨੂੰ ਸਮਝਣ ਵਾਸਤੇ ਸਤਿਗੁਰੂ ਨੇ ਫਰਮਾਇਆ ਕਿ ਸ਼ਬਦ ਤੋਂ ਬਿਨਾਂ ਇਹ ਧੋਖਾ ਦੂਰ ਨਹੀਂ ਹੋਣਾ, ਇਹ ਭਰਮ ਦੂਰ ਨਹੀਂ ਹੋਣਾ। ਬਿਨ ਸ਼ਬਦੇ ਭਰਮ न ਚੁਕਈ ਨਾ ਵਿੱਚੋਂ ਹਉਮੈ ਜਾਏ। ਸੋ ਹਉਮੈ ਸਾਡਾ ਭਰਮ ਹੈ, ਇਹ ਜਾਏਗਾ ਅਗਰ ਸ਼ਬਦ ਨੂੰ ਅਸੀਂ ਸੁਰਤ ਵਿੱਚ ਵਸਾ ਲਾਂਗੇ। ਸੁਰਤ ਸ਼ਬਦ ਦੇ ਮੇਲ ਨਾਲ ਹਉਮੈ ਨੇ ਜਾਣਾ। ਅਗਲਾ ਫਿਰ ਫਰਮਾਨ, ਸ਼ਬਦੇ ਹਉਮੈ ਮਾਰੀਏ ਮਾਇਆ ਕਾ ਭਰਮ ਜਾਏ। तो शब्द तो बिना हौमे नहीं मारी जानी, गुरमंत्र दे जाप तो बिना हौमे नहीं मारी जानी। गुर का शब्द मन वसिया हौमे विचों कोई। अगर शब्द मन च वस जाएगा तो हौमे नाश हो जाएगी। एको नाम हुक्म है नानक सतगुर दिया बजाई जियो। इत्थे थोड़ा जिहा सानू विचार करने की लोड़ है। सारे वस्तुओं ते परमेश्वर ने अपना हुक्म पाया है। जिदा लोहा लोहे का काम करेगा, अग है अग का काम करना उन्हें, पानी है पानी का काम करना। और पानी के जो करैक्टरिस्टिक्स परमेश्वर ने पाते पानी उन्होंने मुताबिक पानी ने चलना। सो जिन्नियां वस्तुएं लकड़ ने लकड़ का काम करना। सो हुक्म के मुताबिक ही सारी सृष्टि, सारे यूनीवर्सिस, सारी क्रिएशन चल रही है। हुण इत्थे सानू सतगुरु जी समझा रहे ने कि परमेश्वर का हुक्म है। की हुक्म है? कि परमेश्वर का नाम जपो। जिन्हें परमेश्वर को मिलना है, जिन्हें जन्म मरण तो छुटकारा पाना है, वो वास्ते हुक्म है। एको नाम हुक्म है नानक सतगुर दिया बजाय जियो। जे आप कहोगे लोहे नूं तू गोल्ड का काम कर ला, करेगा नहीं। गोल्ड नूं कहोगे लोहे का काम कर ला, करेगा नहीं। तो सारिया चीज़ां इंक्लूडिंग अस सारे ही परमेश्वर के हुक्म के मुताबिक है। अगर असीं परमेश्वर के हुक्म नूं समझ लवांगे, हुक्म के मुताबिक चलांगे, हुक्म नूं फॉलो करांगे, असीं प्राप्तियां कर लवांगे। जे हुक्म नूं नहीं समझांगे, अपनी मत के मुताबिक चलांगे, अपनी सियाणपां चलावांगे तो गल नहीं बनेगी। तो अपनी सियाणपां छड्ड के अगर गुरु जी की मत ते चलांगे, गुरु जी की सिक्ख्या नूं समझांगे, फॉलो करांगे तो सानू प्राप्तियां मिल जाणगियां, अवश्य मिल जाणगियां। सो इत्थे सतगुरु जी फरमा रहे हैं कि परमेश्वर का हुक्म यह है कि नाम जपो। एको नाम हुक्म है नानक सतगुर दिया बजाय जियो। सिक्ख्या किहने दित्ती है? सतगुरु जी ने दित्ती है। सतगुरु जी कौन ने? परमेश्वर आप है। तो सतगुरु जी की सिक्ख्या नूं समझना, सतगुरु जी सिक्ख्या ते चलना, सतगुरु की सिक्ख्या ते चलन तो बिना कोई प्राप्ति नहीं हो सकेगी। सो एको नाम हुक्म है नानक सतगुर दिया बजाय जियो। तो नाम जिहड़ा जपते रहना, जपते रहना, जपते रहना, जपी जाना, जपी जाना, जपी जाना। ये हुक्म है परमेश्वर का। अगला फरमान है, अनंत बाणी पाई है तै हौमे होए विनाश। अनंत बाणी कई जिहड़े
म्यूजिकल साउंड्स पहला ही सुन लग पैंदियां। अनंत बाणी बहुत उच्ची है, अनंत बाणी प्राप्त हो जाएगी, सारे दुख नस जाएंगे, हौमे का वड्डा दुख यह भी चला जाएगा। इस वास्ते मैं दस रहा कि जेड़े वीर भैन थोड़े बहुत जिथे पहुंच जाते हैं, जिथे कोई साउंड सुनती है, ये ना समझ रहे कि उन्होंने प्राप्ति कर ली। प्राप्ति होएगी जो हौमे चल जाएगी, और हौमे का संकल्प मैं सारे दस चुका है कि सब कुछ ही परमेश्वर है। जिसलिए सब कुछ ही परमेश्वर नजर आएगा, कोई भरम च नहीं पाएगा, समझ लेगा कि सब कुछ इको ही है, सब थां ते परमेश्वर ही है, सब ही परमेश्वर है, सब चीज़ें ही परमेश्वर हैं। तो फिर समझ लवे कि अनंत बाणी की प्राप्ति होगी। अनंत बाणी पाई है तो हौमे होए विनाश। अनंत बाणी की प्राप्ति नाल हौमे ने नस जाना, हौमे ने चले जाना, भगत ने दूर होए। अगला फरमान, ऐनस भगत करे दिन राती, हौमे मार निचिंद। जिहड़ा रात दिन भगती करेगा उसकी हौमे चल जाएगी, और चिंतावां भी सारियां खत्म हो जाएंगियां, डर खत्म हो जाएंगे, चिंतावां खत्म हो जाएंगियां, सारे रोग नस जाएंगे, कोई विघन नहीं नेड़े आएगा। अगला फरमान है बिल्कुल फोकस फरमान है, इस वास्ते दस रहे हैं ताकि सारे वीर भैन समझ लैन कि सब कुछ सानू प्राप्त हो सकता है अगर असी सतगुरु जी के हुक्मां के मुताबिक चलांगे। दुख कलेश ना भाव व्यापै, गुरमंत्र हृदय होए। अगर हृदय विच गुरमंत्र का वासा हो जाएगा, कोई दुख साढ़े नेड़े नहीं आएगा, कोई कलेश नेड़े नहीं आएगा, डर चिंतावां बिल्कुल नेड़े नहीं आउणगियां, वो साड़ा आना जाना सफल हो जाएगा। असी हौमे तो मुक्त हो जावांगे, जन्म मरण तो भी मुक्त हो जाएंगे अगर हृदय विच गुरमंत्र का वासा हो जाता है। इन्ना मैं जरूर आप जी ने शेयर करना चाहता है। अगर हृदय विच वासा होएगा तो मूँह विच भी वासा होएगा, शब्द का गले विच भी वासा होएगा, मन विच भी वासा होएगा। अगर तुसीं ये समझी बैठे हैं कि साडा हृदय वासा है तो मूँह च वासा नहीं हैगा, ते मेरे वीरों भैनों क्षमा करना, थोड़े हृदय च भी वासा नहीं है। तो पक्की गल जो मैं आप जी ने शेयर कर रहा है कि अगर हृदय विच वासा होएगा, थोड़े गले च भी नाम का वासा होएगा, थोड़े मूँह विच नाम का वासा होएगा, थोड़े मन विच नाम का वासा होएगा। अगर चार थावां ते वासा नहीं हुंदा तो समझ लीए कि हृदय विच भी गुरमंत्र का वासा नहीं है। नो अगर मन विच वासा, मन च वासा सुर, अगर सुर विच शब्द का वासा हो जाता है, फिर भी कितने कितने शब्द नहीं होना, फिर गुरमंत्र ने सुर विच होना है, गुरमंत्र ने मूँह विच होना है, गुरमंत्र ने साडे गले विच होना है, गुरमंत्र ने साडे हृदय विच होना है। तो दोनों गल्लां मैं रिपीट कर रहा फिर, क्योंकि बहुत जरूरी है, क्योंकि मैं देखे कई वीर भैन इस भरम पा जाते हैं कि साडे हृदय च नाम चल रहा है। तो फिर मैं बेनती कर रहा, सिनेमर बेनती कर रहा, क्षमा करना अगर किसी को चंगी गल ना लगे मेरी, कि जे हृदय विच वासा नाम का, गुरमंत्र का, तो वही निशानी एक ही निशानी होगी, कोई दुख थोड़े नेड़े नहीं रह सकेगा, कोई रोग थोड़े नेड़े नहीं आएगा, कोई क्लेश थोड़े को नहीं आएगा, कोई डर नहीं रहेगा, कोई डिजायर नहीं रहेगी, कोई रोग नहीं रहेगा। तो पहली निशानी है। अगली मैं दस रहा बेनती है, सब कुछ थोड़े नाल तद होएगा अगर गुरमंत्र का हृदय विच वासा, गुरमंत्र का थोड़े गले विच वासा, गुरमंत्र का थोड़े मूँह विच वासा, और गुरमंत्र का थोड़े सुरत विच वासा। जे सुरत विच नाम वस गया फिर भी वही चीज़ होनी है। सुरत विच नाम है, गुरमंत्र है, थोड़े मूँह विच गुरमंत्र है, थोड़ी अखां विच गुरमंत्र है, थोड़े कन्नां विच गुरमंत्र है, थोड़े गले विच गुरमंत्र है, थोड़े हृदय विच गुरमंत्र है। तो फिर भी तुसीं पूर्ण हो गए, वो थोड़ी सारे ही जय जयकार होएगी। अगर तुसीं इत्थों तक पहुँच गए फिर थोड़ा कमल वांगू थोड़ा जीवन बन जाएगा। संसार च रहिंदियां होइयां भी संसार तो तुसीं निर्लेप हो जाओगे। तो भुल चुक की क्षमा, सारे फतेह बुलाओ। वाहिगुरू जी का खालसा,
ਵਾਹਿਗੁਰੂ ਜੀ ਕੀ ਫਤਿਹ।